वाहिगुरू जी का खालसा वाहिगुरू जी की फतेह। बड़े समय बाद रूबरू हो रहे हैं, आस करदा चढ़दी कला च होंगे संगत सारी। साडी जिहड़ी आ ਉਹ ਸੰਘਰਸ਼ਾਂ ਦਾ ਦੌਰ ਆ, ਪੰਜਾਬ 'ਚ ਨਿਤ ਨਵੀਆਂ ਮੁਹਿੰਮਾਂ, ਨਿਤ ਨਵੇਂ ਸੰਘਰਸ਼ ਪੈਦਾ ਹੋ ਰਹੇ ਆ। ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਅਨੰਦਪੁਰ ਸਾਹਿਬ ਸੰਗਤ ਇਕੱਠੀ ਹੋਈ ਸੀ। ਸਾਡੇ ਗੁਰੂ ਸਾਹਿਬ ਦਾ ਨਿਰਾਦਰ ਕਰਨ ਦੀ ਜਿਹੜੀ ਇੱਕ ਕੋਸ਼ਿਸ਼ ਹੋਈ ਆ, ਉਸ ਕੋਸ਼ਿਸ਼ ਦੇ ਵਿਰੁੱਧ ਇੱਕ ਰੋਸ ਵਜੋਂ ਸੰਗਤ ਨੇ ਉੱਥੇ ਇਕੱਠ ਕੀਤਾ। ਉੱਥੇ ਮੈਂ ਇੱਕ ਗੱਲ ਕਹੀ ਜਿਹਦੀ ਹੁਣ ਬੜੀ ਵੱਡੀ ਇਹ ਐਲਾਨੀਆਂ ਤੌਰ ਤੇ ਪ੍ਰਚਾਰੀ ਜਾ ਰਹੀ ਆ ਵੀ ਦੀਪ ਸਿੱਧੂ ਕਿਸਾਨੀ ਸੰਘਰਸ਼ 'ਚ ਜਿਹੜੀਆਂ ਜਾਨਾਂ ਗਈਆਂ ਉਹਨਾਂ ਨੂੰ ਸ਼ਹੀਦ ਨਹੀਂ ਮੰਨਦਾ। ਇਹ ਗੱਲ ਸੱਚੀ ਆ। ਦੇਖੋ, ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਕਿਸਾਨੀ ਸੰਘਰਸ਼ 'ਚ ਅਸੀਂ ਅੱਜ ਵੀ ਜੁੜੇ ਆ। ਉਸ ਸੰਘਰਸ਼ ਦੇ ਨਾਲ ਸਾਡੀ ਹੋਂਦ ਜੁੜੀ ਆ, ਸਾਡੀ ਹੋਂਦ ਦੀ ਲੜਾਈ ਆ। ਜਦੋਂ ਕੌਮਾਂ ਹੋਂਦ ਦੀ ਲੜਾਈ ਲੜਦੀਆਂ ਹੋਣ, ਉਦੋਂ ਅਸੀਂ ਆਪਦੇ ਫਲਸਫੇ, ਆਪਦੇ ਰਹਿਬਰਾਂ ਦੇ ਦਿੱਤੇ, ਸਾਡੇ ਗੁਰੂਆਂ ਦੇ ਦਿੱਤੇ ਸਿਧਾਂਤ, ਉਹਨਾਂ ਦੇ ਨਾਲ ਤਾਂ ਸਮਝੌਤੇ ਨਹੀਂ ਕਰਦੇ। ਅਸੀਂ ਸ਼ਹਾਦਤ ਦੇ ਅਰਥਾਂ ਨੂੰ, ਜਿਹੜੀ ਉਹਦੀ ਪਾਕੀਜ਼ਗੀ ਆ, ਉਹਦੀ ਪਵਿੱਤਰਤਾ, ਸਾਨੂੰ ਇਹ ਪਤਾ ਸ਼ਹੀਦ ਕੌਣ ਹੁੰਦਾ। ਜਦੋਂ ਅਸੀਂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਸ਼ਹੀਦਾਂ ਦਾ ਦਰਜਾ ਦਿੱਤਾ ਜਾਂ ਸ਼ਹੀਦਾਂ ਦਾ ਸਰਤਾਜ ਕਿਹਾ ਉਹਨਾਂ ਨੂੰ, ਸੋ ਸ਼ਹਾਦਤ ਦੀ ਪਰਿਭਾਸ਼ਾ ਤਾਂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਾਨੂੰ ਸਮਝਾਤੀ। ਫਿਰ 9ਵੇਂ ਪਾਤਸ਼ਾਹ ਨੇ ਜਾਂ ਸਾਡੇ ਸ਼ਹੀਦ ਸਿੰਘਾਂ ਨੇ ਸਾਨੂੰ ਸ਼ਹਾਦਤ ਦੀ ਪਰਿਭਾਸ਼ਾ ਸਮਝਾਤੀ। ਉਹਦੀ ਪਾਕੀਜ਼ਗੀ ਤੇ ਉਹਦੀ ਪਵਿੱਤਰਤਾ ਕੀ ਹੈ ਸ਼ਹਾਦਤ ਦੀ, ਇਹ ਸਾਨੂੰ ਪਤਾ ਵੀ ਸਾਹਮਣੇ ਜੰਗ ਆ, ਇਹੋ ਜਿਹੀ ਜੰਗ ਆ ਜਿੱਥੇ ਸਿਰ ਦੇਣਾ ਪੈਣਾ। ਤੇ ਉੱਥੇ ਪਰਵਾਨੇ ਦੀ ਤਰ੍ਹਾਂ, ਜਿਵੇਂ ਕਿਸੇ ਬਲਦੀ ਲਾਟ 'ਚ ਪਰਵਾਨਾ ਜਾ ਕੇ ਅੰਦਰ ਆਪਦੀ ਜਾਨ ਦੇ ਦਿੰਦਾ, ਉਵੇਂ ਬਲਦੀ ਲਾਟ 'ਚ ਆਪਦੀ ਜਾ ਕੇ ਛਾਲ ਮਾਰਨੀ ਆ, ਤੇ ਉਹਨੂੰ ਤਾਂ ਆਪਾਂ ਸ਼ਹਾਦਤ ਦਾ ਦਰਜਾ ਦਿੱਤਾ ਜਾ ਸਕਦਾ। ਪਰ ਜਿਹੜੇ ਕਿਸਾਨੀ ਸੰਘਰਸ਼ 'ਚ ਜਾਨਾਂ ਗਵਾਈਆਂ, ਜਿਹੜੇ ਅਕਾਲ ਚਲਾਣਾ ਕਰ ਗਏ ਸਾਡੇ ਬੰਦੇ, ਜਾਂ ਜਿਹੜੇ ਬੰਦਿਆਂ ਨੇ ਆਪਦੀਆਂ ਜਾਨਾਂ ਦੀਆਂ ਕੁਰਬਾਨੀਆਂ ਦਿੱਤੀਆਂ, ਇਹ ਗੱਲਾਂ ਨੂੰ ਅਸੀਂ ਸਮਝੀਏ। ਜੇ ਅਸੀਂ ਉਹਨਾਂ ਨੂੰ ਵੀ ਇਹੀ ਉਸ ਪਰਿਭਾਸ਼ਾ ਦੇ ਅਧੀਨ ਇਹ ਕਹਿਣ ਲੱਗ ਜਾਈਏ ਵੀ ਉਹ ਸਾਡੇ ਸ਼ਹੀਦ ਆ, ਇਹ ਤੁਹਾਡੇ ਕਿਸੇ ਅੰਦਰੋਂ ਜਜ਼ਬੇ 'ਚ ਤਾਂ ਗੱਲ ਕਹੀ ਜਾ ਸਕਦੀ ਆ। ਪਰ ਜੇ ਸ਼ਹਾਦਤ ਦੇ ਇੱਕ ਕਸੌਟੀ ਤੇ ਇਸ ਗੱਲ ਨੂੰ ਪਰਖੀਏ, ਉਹਦੇ ਸਿਧਾਂਤਾਂ ਤੇ ਪਰਖੀ, ਤਾਂ ਇਹ ਖਰੀ ਨਹੀਂ ਆ। ਕਿਉਂਕਿ ਫਿਰ ਇਸ ਤਰ੍ਹਾਂ ਤਾਂ ਸਾਡੇ ਗੁਰੂ ਪਾਤਸ਼ਾਹ 'ਚ ਜਾਂ ਕਰਤਾਰ ਸਿੰਘ ਸਰਾਭੇ 'ਚ ਜਾਂ ਭਗਤ ਸਿੰਘ, ਇਹਨਾਂ ਬੰਦਿਆਂ ਦਾ ਤੇ ਸਾਡਿਆਂ ਦਾ ਤਾਂ ਕੋਈ ਫਰਕ ਹੀ ਨਹੀਂ ਰਹਿ ਜਾਣਾ। ਸੋ ਗੱਲ ਇਹ ਆ, ਅਸੀਂ ਅੰਦਰੋਂ ਇੱਕ ਜਜ਼ਬੇ ਦੇ ਆਧਾਰ ਤੇ ਤਾਂ ਸਾਰੀਆਂ ਉਹ ਜਾਨਾਂ ਨਾਲ, ਜਿਹੜੀਆਂ ਜਾਨਾਂ ਗਈਆਂ, ਜਿਹੜੇ ਕੁਰਬਾਨ ਕਰ ਗਏ ਆਪਦੇ ਆਪ ਨੂੰ ਕਿਸਾਨੀ ਸੰਘਰਸ਼ 'ਚ, ਜਾਂ ਉਹਨਾਂ ਦੇ ਪਰਿਵਾਰਾਂ ਨਾਲ ਜੁੜੇ ਹੋਏ ਆ। ਮੈਂ ਵੀ ਉਹਨਾਂ ਹੀ ਜੁੜਿਆ ਹੋਇਆ। ਪਰ ਅਸੀਂ ਸ਼ਹਾਦਤ ਦੀ ਇੱਕ ਜਿਹੜੀ ਪਰਿਭਾਸ਼ਾ, ਉਹਨੂੰ ਡਾਇਲਿਊਟ ਨਾ ਕਰੀਏ। ਸ਼ਹਾਦਤ ਦੀ ਪਰਿਭਾਸ਼ਾ ਜਿਹੜੀ ਸਾਡੇ ਰਹਿਬਰਾਂ ਨੇ, ਸਾਡੇ ਗੁਰੂਆਂ ਨੇ ਇੱਕ ਉਹਦਾ ਮਿਆਰ ਸਾਡੇ ਲਈ ਮਿੱਥ ਕੇ, ਜਾਂ ਇਹ ਕਹਿ ਲਓ ਵੀ ਉਹ ਮਿੱਥ ਸਿਰਜੇ ਹੋਏ ਆ, ਸਾਜਿਆ ਹੋਇਆ, ਜੇ ਅਸੀਂ ਉਹਨੂੰ ਡਾਇਲਿਊਟ ਕਰਨ ਲੱਗ ਗਏ ਤਾਂ ਫਿਰ ਜਿਹੜੇ ਉਦੋਂ ਬਾਅਦ ਵੀ ਸਾਡੇ ਲਈ ਸ਼ਹੀਦ, ਜਾਂ ਉਹ ਜਿਹੜੇ ਸਤਿਕਾਰਯੋਗ ਸ਼ਹਾਦਤ ਆਪਦਾ ਆਪਾ ਵਾਰ ਗਏ, ਆਪਦੇ ਪਰਿਵਾਰ ਵਾਰ ਗਏ, ਸਭ ਕੁਝ ਵਾਰ ਗਏ ਜਿਹੜੇ ਸਾਡੇ ਸਿੰਘ ਸ਼ਹੀਦ, ਫਿਰ ਉਹਨਾਂ ਦਾ ਦਰਜਾ ਸਾਡੇ ਲਈ ਕੀ ਰਹਿ ਜਾਊਗਾ? ਫਿਰ ਤਾਂ ਕੋਈ ਇਹ ਗੱਲ ਹੀ ਸਾਰੀ ਖਤਮ ਹੋ ਜੂ। ਜਿੱਥੋਂ ਅਸੀਂ ਸੇਧ ਲੈਣੀ ਆ ਸਾਡੇ ਇਤਿਹਾਸ 'ਚੋਂ, ਇਹ ਤਾਂ ਖੋਰਾ ਬੜਾ ਵੱਡਾ ਲੱਗ ਜੂਗਾ। ਸੋ ਗੱਲ ਇਹ ਕਿੱਥੇ ਅੱਜ ਹੋਈ ਸੀ, ਇਹ ਕਿਸੇ ਹੋਰ ਸੰਦਰਭ 'ਚ ਗੱਲ ਹੋਈ ਆ ਵੀ ਸ਼ਹਾਦਤ ਦੇ ਅਸਲ ਜਿਹੜੇ ਅਰਥ ਆ ਉਹਨਾਂ ਨੂੰ ਸਮਝ ਗਏ ਅਸੀਂ। ਇਹ ਬੰਦੇ ਸਾਡੇ ਆਪਦੀਆਂ ਜਾਨਾਂ ਕੁਰਬਾਨ ਕਰ ਗਏ। ਇਹ ਜਾਨਾਂ ਕੁਰਬਾਨ ਕਰ ਗਏ ਕਿਉਂਕਿ ਇਹਨਾਂ ਤੇ ਜਿਹੜਾ ਜ਼ੁਲਮ ਹੋਇਆ ਉਹ ਸਰਕਾਰਾਂ ਨੇ ਕੀਤਾ। ਉਹ ਹੁਣ ਦੀ ਇਸ ਮੌਜੂਦਾ ਬੀਜੇਪੀ ਸਰਕਾਰ ਨੇ ਉਹਨਾਂ ਦੇ ਜ਼ੁਲਮ ਦੇ ਕਰਕੇ ਇਹ ਜਾਨਾਂ ਕੁਰਬਾਨ ਕਰ ਗਏ। ਅਸੀਂ ਇਹਨਾਂ ਨੂੰ ਨਤਮਸਤਕ ਆ, ਇਹਨਾਂ ਦੇ ਲਈ ਵੀ ਸਾਡਾ ਸਿਰ ਝੁਕਦਾ ਜਿਹੜੇ ਆਪਦਾ ਆਪਾ ਵਾਰ ਗਏ। ਪਰ ਇਹਨਾਂ ਨੂੰ ਸ਼ਹੀਦੀ ਜਾਂ ਸ਼ਹਾਦਤ ਦੇ ਕਸੌਟੀ ਜਾਂ ਉਹਨਾਂ ਸਿਧਾਂਤਾਂ ਤੇ ਆਪਾਂ ਪਰਖੀਏ ਤਾਂ ਮੇਰੇ ਖਿਆਲ 'ਚ ਫਿਰ ਤਾਂ ਜਿਹੜੇ ਸਾਡੇ ਕਰਤਾਰ ਸਿੰਘ ਸਰਾਭੇ ਵਰਗੇ, ਭਗਤ ਸਿੰਘ ਵਰਗੇ, ਫਿਰ ਉਹਨਾਂ ਨੂੰ ਕਿੱਥੇ ਰੱਖਾਂਗੇ? ਕੋਈ ਤਾਂ ਯਾਰ ਫਰਕ ਰੱਖੀਏ ਆਪਾਂ ਇਹਨਾਂ ਗੱਲਾਂ 'ਚ। ਕੋਈ ਤਾਂ ਆਪਦੇ ਇਤਿਹਾਸ ਨੂੰ ਜਿਵੇਂ ਅਸੀਂ ਅੱਜ ਦੇਖਦੇ ਹਾਂ, ਉਹ ਇੱਕ ਚੱਲਦੇ ਸੰਘਰਸ਼ 'ਚ
ਅਸੀਂ ਆਪਦੇ ਸਿਧਾਂਤਾਂ ਨੂੰ ਭੁੱਲ ਕੇ ਤੇ ਇਹ ਸਾਰੀਆਂ ਪਰਿਭਾਸ਼ਾ ਜਿਹੜੀਆਂ ਦਿੱਤੀਆਂ ਹੋਈਆਂ ਇਤਿਹਾਸ ਨੇ ਸਾਨੂੰ, ਉਹਨਾਂ ਨੂੰ ਹੀ ਡਾਇਲਿਊਟ ਕਰਨ ਲੱਗ ਗਏ। ਫਿਰ ਤਾਂ ਅਸੀਂ ਆਪਦੇ ਇਤਿਹਾਸ 'ਚ ਖੋਰਾ ਲਾਉਣ ਲੱਗ ਜਾਾਂਗੇ। ਸੋ ਮੇਰੀ ਜਿਹੜੀ ਬੇਨਤੀ ਆ ਅੱਜ ਉਹ ਇਸ ਕਰਕੇ ਮੈਂ ਕਰ ਰਿਹਾ, ਗੱਲਾਂ ਨੂੰ ਜੇ ਆਪਾਂ ਸਮਝਣਾ ਨਹੀਂ ਤੇ ਉਹੀ ਆਪਾਂ ਇਹ ਗੱਲ ਕਹੀ ਜਾਣੀ ਆ ਵੀ ਦੇਖੋ ਦੀਪ ਸਿੱਧੂ ਕੀ ਗੱਲ ਕਰ ਗਿਆ, ਤੇ ਦੀਪ ਸਿੱਧੂ ਨੂੰ ਇਹ ਗੱਲ ਕਰਨੀ ਨਹੀਂ ਚਾਹੀਦੀ ਸੀ। ਜੇ ਤੁਸੀਂ ਸਮਝਣਾ ਚਾਹੁੰਦੇ ਹੀ ਨਹੀਂ ਉਹਦਾ ਵੱਖਰੀ ਗੱਲ ਆ, ਤੇ ਜਿਹੜੇ ਇਹ ਗੱਲ ਚਾਹੁੰਦੇ ਆ ਜਾਂ ਇਹ ਗੱਲ ਕਰ ਰਹੇ ਆ ਵੀ ਬਾਈ ਤੂੰ ਪੰਜਾਬ ਲਈ ਲੜ ਯਾਰ, ਸੱਚ ਦੀ ਲੜਾਈ ਲੜ, ਫਿਰ ਸੱਚ ਦੀ ਲੜਾਈ ਤਾਂ ਲਕੀਰ ਖਿੱਚ ਕੇ ਲੜਨੀ ਪੈਂਦੀ ਹੁੰਦੀ ਆ। ਇਹ ਵੀ ਕਹਿ ਰਹੇ ਹੋ ਵੀ ਕਾਜ਼ੀ ਵੀ ਬਣ ਜਾ ਤੇ ਬਾਂਗ ਵੀ ਨਾ ਦੇ, ਇਹ ਤਾਂ ਨਹੀਂ ਗੱਲ ਹੋ ਸਕਦੀ ਨਾ। ਜਾਂ ਤਾਂ ਫਿਰ ਕਾਜ਼ੀ ਬਣ ਕੇ ਬਾਂਗ ਦੇਣੀ ਪਊਗੀ, ਫਿਰ ਤਾਂ ਸੱਚ ਬੋਲਣਾ ਪਊ। ਤੇ ਜੇ ਸੱਚ ਬੋਲਦੇ ਆ ਉਹ ਚੁੱਭਦਾ ਇੰਨਾ ਤੁਹਾਨੂੰ ਬਹੁਤ ਲੋਕਾਂ ਨੂੰ ਵੀ ਉਹ ਹੋਰ ਹੀ ਪਾਸੇ ਗੱਲ ਨੂੰ ਲੈ ਕੇ ਤੇ ਉਹਦੇ ਤੇ ਕੋਈ ਵਿਰੋਧ ਸ਼ੁਰੂ ਕਰ ਦਿੰਦੇ ਆ। ਦੇਖੋ ਮੇਰਾ ਤਾਂ ਬਹੁਤ ਵਿਰੋਧ ਹੋ ਗਿਆ, ਇਹਨਾਂ ਵਿਰੋਧਾਂ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ। ਹਰ ਵਿਰੋਧ ਮੈਨੂੰ ਹੋਰ ਤਾਕਤ ਦਿੰਦਾ ਤੇ ਉਸ ਤਾਕਤ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਨੂੰ ਨਤਮਸਤਕ ਹੋ ਕੇ ਮੈਂ ਫੇਰ ਆਪਦੇ ਰਾਹ ਤੇ ਤੁਰ ਪੈਣਾ। ਪਰ ਮੈਂ ਇਸ ਗੱਲ ਨੂੰ ਇਸ ਲਈ ਇਸ ਖਾਤਰ ਸੰਗਤ ਸਾਹਮਣੇ ਦੁਬਾਰਾ ਲੈ ਕੇ ਆਇਆ, ਸ਼ਹਾਦਤ ਦੇ ਅਰਥ, ਸ਼ਹੀਦੀ ਦੀ ਪਰਿਭਾਸ਼ਾ ਸਾਡੇ ਰਹਿਬਰਾਂ ਨੇ ਤੇ ਸਾਡੇ ਸਿੰਘ ਸ਼ਹੀਦਾਂ ਨੇ ਸਾਨੂੰ ਦਿੱਤੀ ਆ। ਉਹਨੂੰ ਅਸੀਂ ਖੋਰਾ ਨਾ ਲਾਈਏ, ਉਹਨੂੰ ਡਾਇਲਿਊਟ ਨਾ ਕਰੀਏ, ਉਹਦੇ ਅਰਥਾਂ ਨੂੰ ਸਮਝੀਏ। ਠੀਕ ਆ, ਜਿਹੜੀਆਂ ਜਾਨਾਂ ਗਈਆਂ ਉਹਨਾਂ ਨੂੰ ਵੀ ਅਸੀਂ ਸਿਜਦਾ ਕਰਦੇ ਆ, ਉਹ ਆਪਦੀਆਂ ਜਾਨਾਂ ਕੁਰਬਾਨ ਕਰ ਗਏ। ਫਿਰ ਤਾਂ ਹਰ ਸਰਹੱਦ ਤੇ ਜਿਹੜੀ ਜਾਨ ਜਾਂਦੀ ਆ ਉਹ ਵੀ ਸ਼ਹੀਦੀ, ਆਪਾਂ ਉਹਨੂੰ ਵੀ ਸ਼ਹੀਦੀ ਮੰਨੀ ਜਾਂਦੇ ਆ। ਇੱਕ ਨੇਸ਼ਨ ਸਟੇਟ ਤਾਂ ਉਹਨੂੰ ਸ਼ਹੀਦੀ ਮੰਨਦੀ ਆ, ਅਸੀਂ ਵੀ ਮੰਨੀ ਜਾਂਦੇ ਆ। ਫਿਰ ਤਾਂ ਪਤਾ ਨਹੀਂ ਇੱਥੋਂ ਬੱਸ ਭਰ ਕੇ ਆਪਾਂ ਤੁਰ ਜਾਂਦੇ ਆ ਕਿਸੇ ਪਾਸੇ ਨੂੰ, ਰੱਬ ਨਾ ਕਰੇ ਰਾਹ 'ਚ ਕਿਸੇ ਦਾ ਐਕਸੀਡੈਂਟ ਹੋ ਗਿਆ, ਉਹਨਾਂ ਨੂੰ ਵੀ ਸ਼ਹੀਦ ਮੰਨੀ ਜਾਂਦੇ ਆ। ਫਿਰ ਯਾਰ ਗੱਲ ਖੜੂ ਕਿੱਥੇ ਜਾ ਕੇ? ਸੋ ਇਸ ਕਰਕੇ ਜਿਹੜੇ ਇਤਿਹਾਸ ਨੇ ਸਾਨੂੰ ਸੇਧ ਦੇਣੀ ਆ, ਜਿਸ ਇਤਿਹਾਸ ਤੋਂ ਅਸੀਂ ਆਪਦੀ ਕੋਈ ਪ੍ਰੇਰਨਾ ਲੈਣੀ ਆ, ਉਹ ਸਿਧਾਂਤਾਂ ਤੋਂ ਅਸੀਂ ਪ੍ਰੇਰਨਾ ਲੈਣੀ ਆ, ਉਹਨਾਂ ਸਿਧਾਂਤਾਂ ਨੂੰ ਅੱਗੇ ਰੱਖ ਕੇ ਲੜਾਈਆਂ ਲੜਨੀਆਂ। ਜੇ ਅਸੀਂ ਉਹਨਾਂ ਨੂੰ ਹੀ ਖੋਰਾ ਲਾਉਣ ਲੱਗ ਗਏ ਫਿਰ ਤਾਂ ਬਾਈ ਜੀ ਗੱਲ ਹੀ ਨਹੀਂ ਖੜਨੀ ਕਿਤੇ। ਸੋ ਕਾਜ਼ੀ ਵੀ ਬਣ ਕੇ ਰਹੀਏ ਤੇ ਬਾਂਗ ਵੀ ਨਾ ਦਈਏ, ਇਹ ਨਹੀਂ ਹੋਇਆ ਜਾ ਸਕਦਾ। ਸੱਚ ਦੀ ਗੱਲ ਕਰਨੀ ਪਊ, ਸੱਚ ਦੀ ਗੱਲ ਖਾਤਰ ਇੱਥੇ ਇਸ ਰਾਹ ਤੇ ਖੜੇ ਆ ਤੇ ਇੱਥੇ ਤੁਰ ਰਹੇ ਆ। ਤੇ ਜੇ ਇਹ ਤੋਂ ਮੁਣਕਰ ਹੁਣ ਨੂੰ ਕਹਿ ਦੋਗੇ ਮੈਨੂੰ ਵੀ ਬਾਈ ਨੂੰ ਤੂੰ ਸੱਚ ਨਾ ਬੋਲ ਯਾਰ, ਕੋਈ ਨਹੀਂ ਜਿਵੇਂ ਚੱਲਦਾ ਚੱਲੀ ਜਾਣ ਦੇ, ਇਹ ਤਾਂ ਨਹੀਂ ਮੇਰੇ ਤੋਂ ਹੋਣਾ। ਇੰਨੀਆਂ ਕੁ ਗੱਲਾਂ ਅੱਜ ਤੁਹਾਡੇ ਨਾਲ ਰੂਬਰੂ ਹੋ ਕੇ ਕਰਨੀਆਂ ਸੀ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਾਸਤੇ ਰਹੋ ਹਮੇਸ਼ਾ। ਪੰਜਾਬ ਖਾਤਰ, ਸਾਡੀ ਮਿੱਟੀ ਖਾਤਰ ਤੇ ਸਾਡੇ ਲੋਕਾਂ ਖਾਤਰ ਅਸੀਂ ਖੜੇ ਆ ਤੇ ਆਈ ਲੜਾਈ ਲੜਦੇ ਰਹਾਂਗੇ। ਠੀਕ ਆ, ਵਿੱਚ ਕਈ ਵਾਰੀ ਮਾਨਸਿਕ ਤੌਰ ਤੇ ਇਹ ਗੱਲ ਵੀ ਆ ਜਾਂਦੀ ਆ, ਕਿਉਂਕਿ ਆਪਾਂ ਤਾਂ ਹਜੇ ਗੁਰੂ ਸਾਹਿਬ ਤੋਂ, ਉਹਨਾਂ ਤੋਂ ਆਸ਼ੀਰਵਾਦ ਉਹਨਾਂ ਤੋਂ ਹੀ ਲੈਨੇ ਆ, ਉਹਨਾਂ ਦੇ ਅੱਗੇ ਨਤਮਸਤਕ ਹੋ ਕੇ ਇਹ ਕਹਿੰਦੇ ਆ ਅਕਾਲ ਪੁਰਖ ਸੱਚੇ ਪਾਤਸ਼ਾਹ ਮਿਹਰ ਕਰਿਓ, ਸਾਨੂੰ ਹਿੰਮਤ ਬਖਸ਼ਿਓ ਵੀ ਜਿਹੜੇ ਰਾਹਾਂ ਤੇ ਅਸੀਂ ਤੁਰੇ ਆ, ਸਾਡੇ ਰਾਹ ਤਾਂ ਹੈ ਨਹੀਂ ਨਾ ਤੁਹਾਡੇ ਰਾਹ, ਇਹ ਤਾਂ ਉਹਨਾਂ ਰਹਿਬਰਾਂ ਦੇ ਦਿੱਤੇ ਹੋਏ ਸਿਧਾਂਤ, ਉਹੀ ਰਾਹ। ਇਸ ਰਾਹ ਤੇ ਜਾ ਕੇ ਨਾ ਸਾਨੂੰ ਪ੍ਰਧਾਨਗੀਆਂ ਮਿਲਣੀਆਂ, ਨਾ ਇੱਥੇ ਅਸੀਂ ਕੁਝ ਬਣ ਕੇ ਨਿਕਲਣਾ, ਨਾ ਇੱਥੇ ਸਾਡੀ ਪੋਲਿਟਿਕਸ ਖੜੀ ਹੋਣੀ ਆ। ਇੱਥੇ ਤਾਂ ਬਾਈ ਜੀ ਵਾਕਈ ਆ ਕੇ ਸਭ ਕੁਝ ਵਾਰਨ ਵਾਲੀ ਗੱਲ ਹੀ ਹੋ ਜਾਂਦੀ ਆ। ਸੋ ਇਸ ਰਾਹ ਤੇ ਜੇ ਤੁਰੇ ਆ ਤਾਂ ਅਕਾਲ ਪੁਰਖ ਵਾਹਿਗੁਰੂ ਸਾਨੂੰ ਹਿੰਮਤ ਬਖਸ਼ੀ ਵੀ ਇਸ ਰਾਹ ਤੇ ਤੁਰੇ ਰਹੀਏ। ਕਈ ਵਾਰੀ ਮਾਨਸਿਕ ਤੌਰ ਤੇ ਬੰਦਾ ਇਹ ਸੋਚਦਾ ਵੀ ਜਿੱਥੇ ਆ ਕੇ ਖੜ ਗਏ ਆ ਇਦੂੰਗਾ ਤੁਰਨਾ ਚਾਹੀਦਾ ਕਿ ਨਹੀਂ, ਪਰ ਫਿਰ ਕਿਤੋਂ ਨਾ ਕਿਤੋਂ ਹਿੰਮਤ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਜਾ ਕੇ ਉੱਥੇ ਨਤਮਸਤਕ ਹੋ ਕੇ ਹੀ ਮਿਲਦੀ ਆ। ਸੋ ਇੰਨੀਆਂ ਕੁ ਗੱਲਾਂ ਅੱਜ ਆਪਾਂ ਕਰਨੀਆਂ ਸੀ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਾਸਤੇ ਰਹੋ। ਕਿਸਾਨੀ ਸੰਘਰਸ਼ ਦੇ ਨਾਲ ਵੀ ਉਵੇਂ ਹੀ ਜੁੜੇ ਹੋਏ ਆ। ਉਹਨਾਂ ਬੰਦਿਆਂ ਦੀ ਜਿਹੜੇ ਆਪਦੀਆਂ ਜਾਨਾਂ ਕੁਰਬਾਨ ਕਰ ਗਏ, ਉਹਨਾਂ ਲਈ ਵੀ ਸਿਜਦਾ। ਤੇ ਸਾਡੀਆਂ ਸਾਰੀਆਂ ਸੰਗਤਾਂ ਨੂੰ ਇੱਕ ਬੇਨਤੀ ਆ ਵੀ ਐਵੇਂ ਹੀ ਗੱਲਾਂ 'ਚ ਆ ਕੇ, ਗੱਲਾਂ ਨੂੰ ਜਾਂਚੇ ਪਰਖੇ ਬਿਨਾ ਜੇ ਆਪਾਂ ਇੱਕ ਦੂਜੇ ਦੀਆਂ ਲੱਤਾਂ ਹੀ ਖਿੱਚਣੀਆਂ ਤਾਂ ਫੇਰ ਮੈਨੂੰ ਲੱਗਦਾ ਸਾਡਾ ਰਾਹ ਹਜੇ ਬਹੁਤ ਦੂਰ ਆ। ਤੇ ਜੇ ਅਸੀਂ ਹਜੇ ਵੀ ਸਿਰ ਜੋੜ ਕੇ ਬੈਠਾਂਗੇ, ਸਿਰ ਜੋੜ ਕੇ ਬੈਠ ਕੇ ਗੱਲਾਂ ਨੂੰ ਵਿਚਾਰਾਂਗੇ ਤੇ ਉਹਦੇ ਤੇ ਗਾਂ ਫਿਰ ਕੋਈ ਮਸਲਿਆਂ ਨੂੰ ਸਮਝ ਕੇ ਕਿਸੇ ਹੱਲ ਵੱਲ ਤੁਰਾਂਗੇ, ਫਿਰ ਸਾਨੂੰ ਹੱਲ ਵੀ ਮਿਲ ਜਾਣੇ ਆ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਸਤਿਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।